ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਨਦਰ ਕਰਨੀ ਮਹਾਰਾਜ, ਆਨੰਦਪੁਰ ਦੇ ਵਾਸੀ ਪਿਤਾ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਸਾਹਿਬ ਦੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਹਜ਼ੂਰ, ਕਿਰਪਾ ਕਰਨੀ ਪਾਤਸ਼ਾਹ, ਨਦਰ ਕਰਨੀ ਹਜ਼ੂਰ, ਦਰਗਾਹ ਤੋਂ ਕਿਰਪਾ ਕਰਨੀ ਪਾਤਸ਼ਾਹ। ਸੁਰਤ ਔਰ ਸ਼ਬਦ ਦਾ ਗਿਆਨ ਹੋ ਜਾਏ ਜੀਵਨ ਵਿੱਚ ਮਹਾਰਾਜ, ਨਦਰ ਕਰੋ ਪਾਤਸ਼ਾਹ ਜੀ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨ ਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਸਿੱਧਗੋਸ਼ ਦੀ ਬਾਣੀ ਵਿਚਾਰਦੇ ਹਾਂ। 51 ਪਦੇ ਕਰ ਚੁੱਕੇ ਹਾਂ। ਅੱਜ 52ਵਾਂ ਪਦਾ ਆਰੰਭ ਕਰਨਾ ਹੈ। ਜੀਵਨ ਨੂੰ ਇਨਸਾਨ ਸਿਰਫ ਡਿਫਾਈਨਡ ਐਲੀਮੈਂਟਸ ਤੋਂ ਜਾਣਦਾ ਹੈ। ਜੋ ਕੁਝ ਮੈਨੂੰ ਦਿਖਦਾ ਹੈ, ਜੋ ਮੈਂ ਨਾਪ ਸਕਦਾ ਹਾਂ, ਜੋ ਮੇਰੀ ਪਕੜ ਵਿੱਚ ਆ ਸਕਦਾ ਹੈ, ਮੈਂ ਸਿਰਫ ਉਸੇ ਨੂੰ ਜਾਣਦਾ ਹਾਂ। ਜੀਵਨ ਕੀ ਹੈ? ਉਹ ਜੋ ਦਿਖਦਾ ਹੈ, ਜਾਂ ਕੁਝ ਜੀਵਨ ਅਦ੍ਰਿਸ਼ ਵੀ ਹੈ। ਜੀਵਨ ਦੀ ਅਸਲੀਅਤ ਕੀ ਹੈ? ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬੈਠ ਕੇ ਇਹ ਗਿਆਨ ਪ੍ਰਾਪਤ ਹੋ ਸਕਦਾ ਹੈ, ਅਗਰ ਅਸੀਂ ਜਾਣਨਾ ਚਾਹੀਏ। ਜੀਵਨ ਦੀ ਕੁਝ ਦ੍ਰਿਸ਼ ਔਰ ਅਦ੍ਰਿਸ਼ ਜੀਵਨ ਬਾਰੇ ਕੁਝ ਗਿਆਨ ਸਾਨੂੰ ਹੈ ਨਹੀਂ। ਅਦ੍ਰਿਸ਼ ਜੀਵਨ ਦਾ, ਸਿਰਫ ਦ੍ਰਿਸ਼ ਜੀਵਨ ਨੂੰ ਅਸੀਂ ਜੀਵਨ ਜਾਣਦੇ ਹਾਂ। ਅਗਰ ਆਪ ਇਸ ਗੱਲ ਨੂੰ ਸਮਝ ਸਕੋ, ਜੀਵਨ ਵਿੱਚ ਪੈਦਾ, ਮੌਤ ਦੇ ਪੈਦਾ ਮੂਲ ਕਾਰਨ ਹੀ ਇਹੀ ਹੈ ਕਿ ਮੈਨੂੰ ਨਹੀਂ ਪਤਾ ਮੌਤ ਦੇ ਉਸ ਪਾਰ ਕੀ ਹੈ। ਮੈਂ ਸਿਰਫ ਉਸ ਜੀਵਨ ਨੂੰ ਜਾਣਦਾ ਹਾਂ ਜਿਹੜਾ ਜੀਵਨ ਦੇ ਇਸ ਪਾਰ ਹੈ। ਪਰ ਬਾਣੀ ਸਾਨੂੰ ਉਸ ਜੀਵਨ ਬਾਰੇ ਵੀ ਦੱਸਦੀ ਹੈ। ਗੁਰੂ ਸਾਨੂੰ ਬਲਕਿ ਉਸ ਜੀਵਨ ਬਾਰੇ ਬਹੁਤ ਕੁਝ ਦੱਸਦਾ ਹੈ। ਮਨ ਦੀ ਅਸਲੀਅਤ ਕੀ ਹੈ, ਇਹ ਸਾਨੂੰ ਨਹੀਂ ਪਤਾ। ਅਸੀਂ ਮਨ ਨੂੰ ਸਿਰਫ ਵਿਚਾਰ ਦਾ ਵਿੱਚ ਹੀ ਜਾਣਦੇ ਹਾਂ। ਜੋ ਮੇਰੇ ਵਿਚਾਰ ਹਨ ਉਹ ਮੇਰਾ ਮਨ ਹੈ। ਜਾਂ ਸ਼ਾਇਦ ਕਿਸੇ ਨੂੰ ਥੋੜਾ ਧਿਆਨ ਕਰਨ ਤੇ ਕੁਝ ਹੋਰ ਵੀ ਗਿਆਨ ਹੋ ਪਾਏਗਾ। ਪਰ ਮੂਲ ਰੂਪ ਵਿੱਚ ਮਨ ਕੀ ਹੈ, ਇਹ ਕੇਵਲ ਗੁਰੂ ਕੋਲ ਚਾਬੀ ਹੈ ਇਹਦੀ। ਇਹ ਕੇਵਲ ਗੁਰੂ ਦੀ ਕਿਰਪਾ, ਗੁਰੂ ਦੇ ਪ੍ਰਸਾਦ, ਗੁਰੂ ਦੇ ਪ੍ਰੇਮ ਨਾਲ, ਗੁਰੂ ਦੇ ਮਨ ਦੇ, ਗੁਰੂ ਦੇ ਉਦਾਰਤਾ ਨਾਲ ਇਹ ਪ੍ਰਗਟ ਹੋ ਸਕਦਾ ਹੈ। ਮੈਂ ਕਿਸ ਜੀਵਨ ਨੂੰ ਜਾਣਨਾ? ਜਿਸ ਜੀਵਨ ਨੂੰ ਮੈਂ ਰੋਜ਼ ਜੀਂਦਾ ਹਾਂ, ਇਹੀ ਜੀਵਨ ਜਾਣਦਾ ਹਾਂ। ਹੋਰ ਕਿਵੇਂ ਕੁਝ ਹੋਰ ਜਾਣ ਪਾਵਾਂਗਾ? ਇਸ ਕਰਕੇ ਮੈਨੂੰ ਹਨੇਰੇ ਤੋਂ ਵੀ ਡਰ ਲੱਗਦਾ ਹੈ। ਇਸ ਕਰਕੇ ਮੈਨੂੰ ਜੰਗਲ ਦੀ ਟੇਢੀ ਪਗਡੰਡੀਆਂ ਤੋਂ ਵੀ ਡਰ ਲੱਗਦਾ ਹੈ, ਕਿਉਂਕਿ ਡਿਫਾਈਨਡ ਨਹੀਂ ਹੈ। ਕੋਈ ਪਤਾ ਨਹੀਂ ਹੈ ਕੌਣ ਕਦੋਂ ਆ ਜਾਏ। ਕੁਝ ਸਮਾਂ ਲੱਗਦਾ ਹੈ ਮਨ ਵਿੱਚ ਬਿਠਾਉਣ ਲਈ ਕਿ ਕਿੱਥੇ ਮੈਂ ਵਿਚਰ ਸਕਦਾ ਹਾਂ, ਕਿੱਥੇ ਨਹੀਂ। ਜੰਗਲ ਵਿੱਚ ਮਨ ਨੂੰ ਡਰ ਹਟਾਉਣ ਵਿੱਚ ਸਮਾਂ ਲੱਗਦਾ ਹੈ।
ਡਰ ਕਿੱਥੋਂ ਉਪਜਦਾ ਹੈ? ਕੇਵਲ ਨੌਨ ਜੀਵਨ ਨੂੰ ਜਾਣ ਕੇ ਹੀ ਡਰ ਉਪਜਦਾ ਹੈ। ਔਰ ਅਸੀਂ ਕਿਤਨਾ ਲੜਦੇ ਹਾਂ ਇਸ ਜੀਵਨ ਵਾਸਤੇ। ਇੱਕ ਇੱਕ ਚੀਜ਼ ਦੀ ਰਿਸਰਚ ਹੋ ਰਹੀ ਹੈ ਅੱਜ ਕੱਲ੍ਹ। ਕਿਵੇਂ ਆਯੂ ਵਧਾਣੀ ਹੈ, ਕਿਵੇਂ ਏਜਿੰਗ ਸਲੋ ਕਰਨੀ ਹੈ, ਕਿਵੇਂ ਰੋਗ ਘਟਾਣੇ ਹਨ। ਇਹ ਸਭ ਨੋਨ ਵਰਲਡ ਦੀ ਹੀ ਗੱਲਾਂ ਨੇ। ਉਹ ਜਿਹੜਾ ਦਿਖਦਾ ਨਹੀਂ ਉਹਦੇ ਬਾਰੇ ਕੀ ਕਹਿਣਾ ਹੈ? ਅੱਜ ਦਾ ਪਤਾ ਕੁਝ ਉਸ ਦੇਸ਼ ਦੀ ਗੱਲ ਕਰਦਾ ਹੈ। ਅੱਜ ਦਾ ਪਤਾ ਗੁਰੂ ਨੇ ਇੱਕ ਅਵਸਥਾ ਦੀ ਪ੍ਰਗਟ ਕਰਨ ਦੀ ਗੱਲ ਕੀਤੀ ਹੈ। ਆਓ ਇਸ ਪਦੇ ਨੂੰ ਰਹਾਉ ਦੀ ਤੁਕ ਨਾਲ ਪੜ੍ਹੀਏ, ਫਿਰ ਇਹਦੇ ਵਿਚਾਰ ਵਿੱਚ ਉਤਰਦੇ ਹਾਂ। ਧੰਨਵਾਦ। ਵਾਹਿਗੁਰੂ ਜੀ। ਕਿਆ ਭਵਿਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਸੁਨੋ ਸੁਨ ਕਹੈ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ। ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਓਏ ਜਨਮ ਨ ਮਰੇ ਨ ਆਵੇਂ ਜਾਏ, ਨਾਨਕ ਗੁਰਮੁਖ ਮਨ ਸਮਝਾਏ। ਨਾਨਕ ਗੁਰਮੁਖ ਮਨ ਸਮਝਾਏ। ਨਾਨਕ ਗੁਰਮੁਖ ਮਨ ਸਮਝਾਏ। ਮਨ ਤੋਂ ਮੈਂ ਉਲਝ ਜਾਂਦਾ। ਆਜੀਵਨ ਮੇਰਾ ਮਨ ਹੀ ਨਹੀਂ ਸਮਝਦਾ ਹੈ। ਐਸੇ ਤੋਂ ਮੇਰੀ ਸਾਰੀ ਵਿਡੰਬਣਾ ਸ਼ੁਰੂ ਹੁੰਦੀ ਹੈ ਕਿ ਮੈਂ ਮਨ ਨੂੰ ਕਿਵੇਂ ਸਮਝਾਵਾਂ, ਔਰ ਮਨ ਨੂੰ ਕੀ ਸਮਝਾਣਾ ਹੈ। ਨਾਨਕ ਗੁਰਮੁਖ ਮਨ ਸਮਝਾਏ। ਕਿਹੋ ਜਿਹੀ ਉੱਚੀ ਅਵਸਥਾ ਦੀ ਗੱਲ ਗੁਰੂ ਨਾਨਕ ਸਾਹਿਬ ਸਾਡੇ ਨਾਲ ਵਿਚਾਰ ਰਹੇ ਹਨ, ਸ਼ਾਇਦ ਸਾਨੂੰ ਨਹੀਂ ਪਤਾ ਲੱਗ ਸਕਦਾ, ਕਿਉਂਕਿ ਇਹਨਾਂ ਅਵਸਥਾ ਦਾ ਗਿਆਨ ਤੇ ਕੇਵਲ ਉਸ ਕੋਲ ਹੈ ਜਿਹੜਾ ਇਸ ਨੂੰ ਕਮਾਉਂਦਾ ਹੈ। ਜੇ ਅਸੀਂ ਇਹਨਾਂ ਅਵਸਥਾ ਨੂੰ ਕਮਾਉਂਦੇ ਨਹੀਂ ਹਾਂ ਤੇ ਫਿਰ ਕੇਵਲ ਉਹਦੇ ਵਿਚਾਰ ਹੀ ਰਹਿ ਜਾਂਦੇ ਹਨ। ਔਰ ਵਿਚਾਰ ਦੀ ਇੱਕ ਸੀਮਾ ਹੈ। ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ ਵਿਚਾਰਾਂ ਤੋਂ ਪਰੇ ਹੈ, ਇਸ ਤਰ੍ਹਾਂ ਲੱਗਦਾ ਹੈ। ਜਿਹੜੇ ਗੁਰਮੁਖਾਂ ਨਾਲ ਮੈਂ ਕੁਝ ਸਾਲ ਬਿਤਾਏ, ਉਹ ਇੱਕ ਗੱਲ ਬੜੀ ਬਾਰ-ਬਾਰ ਮੈਨੂੰ ਕਹਿੰਦੇ ਸਨ ਕਿ ਇਸ ਦ੍ਰਿਸ਼ ਦੁਨੀਆ ਤੋਂ ਪਰੇ ਜਿਹੜੀ ਅਦ੍ਰਿਸ਼ ਦੁਨੀਆ ਹੈ, ਜ਼ਿਆਦਾ ਤਾਂ ਉਹ ਵੱਡੀ ਹੈ। ਇਹ ਜਿਹੜੀ ਦੇਖਦੇ ਹਾਂ ਅਸੀਂ ਦੁਨੀਆ, ਇਹਦੇ ਪਿੱਛੇ ਇਹਦੇ ਸਾਰੇ ਕਾਰਨ ਖੜੇ ਹਨ, ਔਰ ਉਹਦੀ ਗਹਿਰਾਈ ਇਸ ਦੁਨੀਆ ਤੋਂ ਕਿਤੇ ਜ਼ਿਆਦਾ ਹੈ। ਇੱਕ ਤਰ੍ਹਾਂ ਨਾਲ ਇਹ ਜੀਵਨ ਡਿਫਾਈਨ ਹੋ ਰਿਹਾ ਹੈ ਕਿ ਮੈਂ ਜੀਂਦੇ ਜੀ ਕਿਸ ਪਾਸੇ ਨੂੰ ਆਪਣੀ ਕਿਸ਼ਤੀ ਮੋੜਨੀ ਹੈ। ਇਹ ਮੌਕਾ ਮੇਰੇ ਕੋਲ ਇਸ ਜੀਵਨ ਦੇ ਵਿੱਚ ਹੀ ਹੈ। ਜੀਵਨ ਤੋਂ ਪਰੇ ਸ਼ਾਇਦ ਨਹੀਂ ਹੈ। ਬਾਣੀ ਕਹਿੰਦੀ ਹੈ ਕਿ ਨਹੀਂ ਹੈ। ਗੁਰਬਾਣੀ ਵਿੱਚ ਸਾਨੂੰ ਕਈ ਦਰਸ਼ਨ ਪ੍ਰਗਟ ਹੁੰਦੇ ਹਨ ਉਹਨਾਂ ਅਵਸਥਾਵਾਂ ਬਾਰੇ ਜਿਹੜੀ ਮਨ ਦੀ ਗਹਿਰਾਈ ਤੋਂ ਸੱਤ ਦੇ ਪ੍ਰਗਟ ਵਿੱਚ, ਜਿਹਦੇ 'ਚ ਦਰਸ਼ਨ ਹੁੰਦੇ ਹਨ ਸੱਤ ਦੇ। ਔਰ ਸਾਨੂੰ ਸਾਹਿਬ ਨੇ ਆਨੰਦ ਸ਼ਬਦ ਉਸ ਅਵਸਥਾ ਦੀ ਇੱਕ ਨਿਸ਼ਾਨੀ ਬਖਸ਼ਿਆ ਹੈ। ਪਿਛਲਾ ਪਦਾ ਸੁਨ ਸ਼ਬਦ ਵਰਤ ਰਿਹਾ ਸੀ, ਜਿਹੜਾ ਸ਼ਬਦ ਯੋਗੀਆਂ ਨੂੰ ਪ੍ਰਿਯ ਹੈ। ਯੋਗੀ ਇਸ ਸ਼ਬਦ ਨੂੰ
ਬਹੁਤ ਵਰਤਦੇ ਹਨ। ਇੱਕ ਇਹੋ ਜਿਹੀ ਅਵਸਥਾ ਜਿੱਥੇ ਸਭ ਸੁੰਨ ਹੋ ਜਾਂਦਾ ਹੈ, ਵਿਚਾਰ ਨਹੀਂ ਰਹਿੰਦੇ ਹਨ, ਕੇਵਲ ਇੱਕ ਗਹਿਨ ਐਕਸਪੀਰੀਅੰਸ ਲੱਗਦਾ ਹੈ। ਇੱਕ ਮਨ ਦੀ ਅਵਸਥਾ ਜਿੱਥੇ ਮਨ ਨਹੀਂ ਹੈ। ਸਾਹਿਬ ਨੇ ਉਸ ਨੂੰ ਨਿਰੰਕਾਰ ਰੂਪ ਵਿੱਚ ਵੀ ਕਿਹਾ ਹੈ। ਪਿਛਲੇ ਪਦੇ ਵਿੱਚ ਇਹ ਦਰਸ਼ਨ ਸਾਹਮਣੇ ਆਏ ਸਨ ਸਾਡੇ। ਮੌਤ ਨੂੰ ਜੀਂਦੇ ਜੀ ਜਾਣ ਲੈਣ ਦਾ ਮਤਲਬ ਕੀ ਹੈ? ਬਾਣੀ ਵਿੱਚ ਮੌਤ ਨੂੰ ਕਬੂਲ ਕਰਨ ਦੇ ਆਦੇਸ਼ ਕੀਤੇ ਹਨ ਸਾਹਿਬ ਨੇ। पहला मरण कबूल, जीवन की छड़ास हो सबना की रैन का, तब आओ हमारे पास। एक एटीट्यूड है, अप्रोच है जीवन दी, जिथे मैं सत नूं जानन वास्ते असत नूं त्याग दिंदा हां, थिर नूं जानन वास्ते अथिर नूं त्याग दिंदा हां, भ्रमण नूं त्याग के मैं अस्थिर अवस्था ਵੱਲ ਤੁਰ ਪੈਂਦਾ ਹਾਂ। ਜਿੱਥੇ ਸਤ ਛੁਪਿਆ ਹੈ ਉਹਨੂੰ ਜਾਣਨ ਵਾਸਤੇ ਝੂਠ ਨੂੰ ਤਿਆਗ ਦਿੰਦਾ ਹਾਂ। ਅਨਚੇਂਜਿੰਗ ਨੂੰ ਜਾਣਨ ਵਾਸਤੇ ਚੇਂਜ ਨੂੰ ਤਿਆਗ ਦਿੰਦਾ ਹਾਂ। ਮੌਤ ਦੀ ਅਸਲੀਅਤ ਨੂੰ ਜਾਣਨ ਵਾਸਤੇ ਜੀਵਨ ਨੂੰ ਤਿਆਗ ਦਿੰਦਾ ਹਾਂ। ਮੌਤ ਔਰ ਜੀਵਨ ਬਹੁਤ ਜੁੜੇ ਹਨ। अगर मैं जीवन की आस छड़ दी तो मौत आप ही खत्म हो गई, क्योंकि अगर मैं जीवन की आस छड़ दी तो मौत मेरे तो होर की लहेगी। मौत ने तो जीवन ही लेना है मेरे तो, होर की ले लेगी। जब मैं यह कशमकश छड़ ही दी, यह कन्फ्यूजन, यह फियर मैं फेस ही कर लिया कि लो मैं मरण नूं तैयार हो गया। इसदा मतलब की है? कई बार मैं एक सांझ विच एक सैशन जिहा करदा हाँ कि असी एक एक करके अपने जितने बंधन हैं जीवन दे उन्होंने मन के रूप में त्याग दईए। परिवार है, कारोबार है, संकल्प के रूप में मन में ही उसनों त्याग दे जाइए। जो कुछ भी मैं जीवन में जानता हाँ उसनों त्यागन की एक एक्सरसाइज करिए। यही तो नॉन वर्ल्ड है, होर की है। जे मैं सब कुछ त्याग दिता मन के रूप में, तो एक तरह नाल मैं मन नूं समझा दिता कि यह मेरा सत नहीं है। मेरे बैंक अकाउंट में कितने पैसे हैं, मैं कित्थे रहिंदा हाँ, शेयर मार्केट का की हाल है, मेरी घरवाली कौन है। अगर मैं इन्हां चीज़ों नूं बिल्कुल अपने मन चों मिटा दियां, डरना नहीं, थोड़ी देर लिए कह रहा, नहीं तो घर में झगड़ा भी हो सकता है। पर एक एक्सरसाइज प्यारी है। जे मैं जीवन नूं घेर दिता तो मौत भी गिर जाएगी। साहिब ने एक गल सानू दसी है कि जो मरजीवड़ा है वही प्राप्त कर सकता है। मरजीवड़ा तो की भाव है? मेरे मन विच मेरे सारे जीवन के एक्सपीरियंसिस मेरे नाल हन। जो मैं सीखिया, जो मैं सिखाया, जो मैं एक्सपीरियंस किया, की मैं किया, सब कुछ मेरे मन विच दर्ज है। उस तो मेरा मन बनिया है, उस तो मेरे विचार उठते हैं। अगर मैं सब कुछ त्यागण लिए तैयार हो जाता हाँ, मैं तैयार हो जाता कि यह मैं छड़ सकता हाँ सारा कुछ, तो फिर किहड़ी दुनिया विच मैं आ जावांगा। एक इहो जी दुनिया विच पैर रखांगा जिथे कुछ भी डिफाइंड नहीं है, नोन नहीं है मेरे,
ਮੇਰੇ ਕੰਡੀਸ਼ਨਸ ਔਰ ਜੋ ਮੇਰੇ ਐਕਸਪੀਰੀਐਂਸਿਸ ਹਨ ਉਸ ਦੇ ਮਨ ਤੋਂ ਪਰੇ ਦਾ ਇੱਕ ਮਨ ਹੈ, ਪਰ ਇਹ ਕਰਿਆ ਨਹੀਂ ਜਾ ਸਕਦਾ। ਮੈਂ ਤਿਆਰੀ ਤਾਂ ਕਰ ਸਕਦਾ ਹਾਂ, ਕੋਸ਼ਿਸ਼ ਕਰ ਸਕਦਾ ਹਾਂ, ਪਰ ਇਹ ਮਨ ਨਹੀਂ ਗਿਰਦਾ। ਇੱਥੇ ਗੁਰਪ੍ਰਸਾਦ ਦੀ ਲੋੜ ਪੈਂਦੀ ਹੈ, ਇੱਥੇ ਸ਼ਬਦ ਦੀ ਲੋੜ ਪੈਂਦੀ ਹੈ। ਇੱਥੇ ਸ਼ਬਦ ਨਾਲ ਮੈਂ ਮਨ ਨੂੰ ਕੱਢਦਾ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਚੋਂ ਇੱਕ ਬਹੁਤ ਪਿਆਰੀ ਕਥਾ। ਗੁਰੂ ਮਹਾਰਾਜ ਨੂੰ ਪੰਡਤ ਨੇ ਪੁੱਛਿਆ ਹੈ, ਮਹਾਰਾਜ ਜੀਵਨ ਵਿੱਚ ਨਿਰੰਕਾਰ ਦਿਖਦਾ ਕਿਉਂ ਨਹੀਂ ਹੈ? ਪੰਜੋਂ ਪੀੜ੍ਹੀਆਂ ਤੁਹਾਡੇ ਤੋਂ ਪਹਿਲਾਂ ਉਸ ਦੁਨੀਆ ਦੀ ਗੱਲ ਕਰਦੀਆਂ ਹਨ, ਉਸ ਨਿਰੰਕਾਰ ਦੀ ਗੱਲ ਕਰਦੇ ਹਨ, ਪਰ ਉਹ ਕਿਉਂ ਨਹੀਂ ਦਿਖਦਾ ਹੈ? ਮਹਾਰਾਜ ਕਹਿੰਦੇ ਹਨ ਕਿ ਸ਼ਾਮ ਨੂੰ ਦੱਸਦਾ ਹਾਂ। ਇੱਕ ਗੱਲ ਨੋਟ ਕਰਨ ਵਾਲੀ ਤੇ ਮੈਨੂੰ ਇਹ ਲੱਗਦੀ ਹੈ ਕਿ ਇੱਕ ਗੁਰੂ ਜਿਸ ਦੇ ਕੋਲ ਦੋ ਕਿਰਪਾਨਾਂ ਨਾਲ ਹੋਣ ਔਰ ਸ਼ਸਤਰ ਦਾ ਮਾਹਿਰ ਹੋਏ, ਉਹ ਅਧਿਆਤਮ ਦੀ ਇਸ ਸੂਖਮ ਬਿਰਤੀ ਦਾ ਮਾਲਕ ਹੋਏ। ਮੈਂ ਕਈ ਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸੰਕਲਪ ਵਿੱਚ ਵੀ ਜਾਂਦਾ, ਜਿਵੇਂ ਕਿ ਇੱਕ ਨਿਰਾਲੀ ਜੀ ਗੱਲ ਦਿਖਦੀ ਹੈ। ਗੁਰੂ ਜੀਵਨ ਵਿੱਚ ਉਤਰ ਆਇਆ ਹੈ ਸ਼ਸਤਰ ਧਾਰ ਕੇ। ਇਹ ਬੜਾ ਔਖਾ ਕੰਮ ਹੈ, ਸੌਖਾ ਨਹੀਂ ਹੈ। ਮਨ ਨੂੰ ਉਲਝਾਣਾ ਉਹਨਾਂ ਬਿਰਤੀਆਂ ਨਾਲ ਜਿਹੜੇ ਸਿਰਫ ਜੀਵਨ ਨਾਲ ਵਾਰ ਰੱਖਦੇ ਹਨ, ਅਧਿਆਤਮ ਨਾਲ ਨਹੀਂ। ਸਿਰ ਝੁਕ ਜਾਂਦਾ ਹੈ ਕਈ ਵਾਰ। ਗੁਰੂ ਮਹਾਰਾਜ ਕਹਿੰਦੇ ਹਨ ਸ਼ਾਮ ਨੂੰ ਦੱਸਦਾ ਹਾਂ। ਸ਼ਾਮ ਕਰਦੇ ਕਰਦੇ ਤਾਰੇ ਨਿਕਲ ਆਉਂਦੇ ਹਨ, ਚੰਦ ਨਿਕਲ ਆਉਂਦਾ ਹੈ, ਹਨੇਰੀ ਰਾਤ ਆ ਜਾਂਦੀ ਹੈ। ਮਹਾਰਾਜ ਕਹਿੰਦੇ ਹਨ ਦੋ ਘੜੇ ਰੱਖੋ, ਪਾਣੀ ਭਰ ਦਿਓ, ਇੱਕ ਵਿੱਚ ਮਿੱਟੀ ਭਰ ਦਿਓ, ਦੂਜੇ ਵਿੱਚ ਨਹੀਂ ਭਰਨਾ। ਪੰਡਤ ਫਿਰ ਪੁੱਛਦਾ ਹੈ ਇਹਨਾਂ ਘੜਿਆਂ ਦਾ ਕੀ ਮਤਲਬ ਹੈ? ਮੈਂ ਆਪ ਨੂੰ ਪੁੱਛਦਾ ਹਾਂ ਕਿ ਦਿਖਦਾ ਕਿਉਂ ਨਹੀਂ ਹੈ? ਤਾਂ ਹਜ਼ੂਰ ਪੁੱਛਦੇ ਹਨ ਉਹਨੂੰ, ਚੰਦ ਹੈ ਆਕਾਸ਼ ਵਿੱਚ? ਉਹ ਕਹਿੰਦਾ ਹੈ ਮਹਾਰਾਜ। ਤਾਂ ਗੁਰੂ ਸਾਹਿਬ ਕਹਿੰਦੇ ਹਨ, ਮਟੀਲੇ ਘੜੇ ਦੇ ਨਾਲ ਉਹਨੂੰ ਖੜਾ ਕਰਕੇ ਕਹਿੰਦੇ ਹਨ ਕਿ ਦੱਸ ਇਸ ਘੜੇ ਦੇ ਅੰਦਰ ਦਿਖਦਾ ਹੈ? ਤਾਂ ਪੰਡਤ ਕਹਿੰਦਾ ਮਹਾਰਾਜ ਮਿੱਟੀ ਦਿਖ ਰਹੀ ਹੈ ਬਸ। ਚੰਗਾ, ਹੁਣ ਦੂਜੇ ਘੜੇ ਤੇ ਲੈ ਜਾਂਦੇ ਹਨ ਹਜ਼ੂਰ। ਫਿਰ ਕਹਿੰਦੇ ਹਨ ਹੁਣ ਦੇਖ, ਦਿਖਦਾ ਹੈ ਚੰਦ ਆਕਾਸ਼ ਵਿੱਚ? ਉਹ ਕਹਿੰਦਾ ਹਾਂ ਮਹਾਰਾਜ, ਆਕਾਸ਼ ਵਿੱਚ ਚੰਦ ਦਿਖਦਾ ਹੈ। ਹਜ਼ੂਰ ਕਹਿੰਦੇ ਹਨ ਇਸੇ ਤਰ੍ਹਾਂ ਹੀ ਜਿਹੜਾ ਮੋਟੀਲਾ ਮਨ ਹੈ, ਜਿਸ ਦੇ ਵਿੱਚ ਉਲਝਣ ਹੈ, ਕਨਫਿਊਜ਼ਨ ਹੈ, ਉੱਥੇ ਅਦ੍ਰਿਸ਼ ਨਿਰੰਕਾਰ ਨਹੀਂ ਦਿਖਦਾ। ਪਰ ਜਿਹੜਾ ਮਨ ਨਿਰਮਲ ਹੋ ਗਿਆ ਉਹਦੇ ਵਿੱਚ ਦਿਖ ਜਾਏਗਾ। ਇਹ ਕਿਤਨੀ ਪਿਆਰੀ ਕਥਾ ਹੈ। ਔਰ ਇਹ ਉਸ ਗੁਰੂ ਤੋਂ ਹੈ ਜਿਹੜਾ ਸ਼ਸਤਰ ਦਾ ਮਾਹਿਰ ਹੈ। ਪਾਂਦੇ ਖਾਨ ਦੀ ਵੀ ਗੱਲ ਸਾਨੂੰ ਯਾਦ ਹੈ। ਜੀਵਨ ਦੇ ਵਿੱਚ ਮਨ ਨੂੰ ਜਾਣਨਾ, ਮਨ ਨੂੰ ਸਮਝਾਉਣਾ, ਇਹੀ ਸਾਡੀ ਸਭ ਤੋਂ ਜ਼ਿਆਦਾ ਵਿਡੰਬਣਾ ਹੈ, ਕਨਫਿਊਜ਼ਨ ਹੈ। ਔਰ ਇਹ ਕਨਫਿਊਜ਼ਨ ਸਾਡੇ ਬਾਹਰਮੁਖੀ ਜੀਵਨ ਤੋਂ ਜ਼ਿਆਦਾ ਦੁੱਖ ਦਿੰਦੀ ਹੈ। ਅਸੀਂ ਬਾਹਰਮੁਖੀ ਜੀਵਨ ਤੋਂ ਇਹ ਉਮੀਦ ਰੱਖਦੇ ਹਾਂ ਕਿ ਸਾਨੂੰ ਜੀਵਨ ਬਾਰੇ ਗਿਆਨ ਹੋ ਜਾਏਗਾ। ਇਹੀ ਮਾਇਆ ਹੈ। ਜਿਹੜਾ ਜੀਵਨ ਦਿਖਦਾ ਪਿਆ ਹੈ, ਦ੍ਰਿਸ਼ ਹੈ, ਜਿਹੜਾ ਨਾਪ ਸਕਦਾ ਹਾਂ ਮੈਂ, ਇਹ ਸਭ ਚੇਂਜ ਦੇ ਅੰਦਰ ਹੈ, ਮਾਇਆ ਹੈ। ਇਹ ਰਿਫਲੈਕਸ਼ਨ ਹੈ ਸਤ ਦਾ, ਸਤ ਨਹੀਂ ਹੈ। ਤਾਂ ਇਸ ਨੂੰ ਜਾਣ ਕੇ ਮੈਂ ਕੁਝ ਵੀ ਨਹੀਂ ਜਾਣ ਪਾਵਾਂਗਾ, ਸਿਰਫ ਇਹ ਜਾਣਾਂਗਾ ਕਿ ਚੇਂਜ ਕੀ ਹੈ। ਜੀਵਨ ਦੇ ਸਤ ਨੂੰ
ਮਨ ਨੂੰ ਸਮਝਾਉਣ ਦਾ ਮਤਲਬ ਇਹ ਹੈ ਕਿ ਉਸ ਜੀਵਨ ਨੂੰ ਜਾਣਨਾ ਜਿਹੜਾ ਜੀਵਨ ਦਿਖਦਾ ਨਹੀਂ ਹੈ, ਉਸ ਮਨ ਦੀ ਤਹਿ ਨੂੰ ਜਾਣਨਾ ਜਿਹੜਾ ਜੀਵਨ ਦੀ ਕੰਡੀਸ਼ਨਸ ਤੋਂ ਪਰੇ ਹੈ। ਸਾਹਿਬ ਸਾਨੂੰ ਚੇਤਨ ਵਾਸਤੇ ਪ੍ਰੇਰਿਤ ਕਰਦੇ ਹਨ, ਸ਼ਬਦ ਦੀ ਸਾਂਝ ਵਿੱਚ ਪ੍ਰੇਰਿਤ ਕਰਦੇ ਹਨ, ਕਿਉਂਕਿ ਮਨ ਨੇ ਇੱਕ ਛਾਲ ਮਾਰਨੀ ਹੈ ਇਸ ਦ੍ਰਿਸ਼ ਜੀਵਨ ਤੋਂ ਅਦ੍ਰਿਸ਼ ਜੀਵਨ ਵੱਲ। ਮੂਲ ਸੱਤ ਮਨ ਦਾ ਜਾਣਨਾ ਹੈ। ਇੱਕ ਅਰਦਾਸ ਮੇਰੇ ਮਨ ਚੋਂ ਨਿਤ ਪ੍ਰਤੀ ਹੋਣੀ ਚਾਹੀਦੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਹੁਠ ਹਰ ਨਾਮ ਤੇ ਆਏ। ਮੈਨੂੰ ਉਸ ਅਦ੍ਰਿਸ਼ ਨਾਮ ਦੇ ਦਰਸ਼ਨ ਹੁੰਦੇ ਰਹਿਣ, ਮੈਂ ਉਸ ਅਦ੍ਰਿਸ਼ ਜੀਵਨ ਨੂੰ ਨੇੜੇ ਰੱਖਾਂ ਸਾਹਿਬ। ਜੋ ਵੀ ਹਾਲਾਤ ਹੋਣ ਦੁਨੀਆ ਦੇ, ਮੈਂ ਨਾਮ ਤੋਂ ਨਾ ਟੁੱਟਾਂ। ਜੋ ਵੀ ਹਾਲਾਤ ਹੋਣ ਸਾਹਿਬ, ਮੇਰੇ ਅੰਤਰਾਤਮਾ ਦੀ ਕੁੰਜੀ, ਮੇਰੇ ਅੰਤਰਾਤਮਾ ਦੇ ਦਰਸ਼ਨ ਖੋਲ ਕੇ ਰੱਖਣਾ ਸਾਹਿਬ ਜੀ। ਇਹ ਬੰਦ ਨਾ ਹੋਣ, ਇਹ ਮੇਰੇ ਮਨ ਦੀ ਪੁਕਾਰ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਦਾ ਰੋਜ਼ਮर्रा ਦਾ ਜੀਵਨ ਕੰਪਲਿਕੇਟਡ ਹੋ ਗਿਆ, ਬਹੁਤ ਐਨਰਜੀ ਲੱਗਦੀ ਹੈ। ਇਹ ਕਾਰਨ ਸਾਡੇ ਆਪਣੇ ਹਨ। ਮੇਰਾ ਆਪਣਾ ਦੋਸ਼ ਹੈ, ਮੈਂ ਕਿਹੋ ਜਿਹੇ ਜੀਵਨ ਨੂੰ ਚੂਜ਼ ਕਰਦਾ ਹਾਂ। ਮੈਂ ਆਪ ਹੀ ਆਪਣੇ ਜੀਵਨ ਨੂੰ ਕੰਪਲਿਕੇਟ ਕਰ ਲਿਆ ਹੈ। ਜੀਵਨ ਦੀ ਬੜੀ ਸ਼ਕਤੀ ਜੀਵਨ ਦੀ ਉਲਝਣਾਂ ਵਿੱਚ ਹੀ ਲੱਗੀ ਰਹਿੰਦੀ ਹੈ। ਪਰ ਮੇਰਾ ਇੱਕ ਵਿਚਾਰ ਇਹਦੇ ਬਾਰੇ ਵੀ ਹੈ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਬਾਹਰ ਭੀਤਰ ਇੱਕ ਹੋ ਜਾਣੇ, ਇਹ ਗੁਰ ਗਿਆਨ ਬਤਾਈ। ਅਸਲ ਮਨ ਦੀ ਅਵਸਥਾ ਤਾਂ ਇਹ ਹੈ ਜਦੋਂ ਮਨ ਇੱਕ ਸੀਮਲੈਸ ਰਿਐਲਿਟੀ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹੈ। ਬਾਹਰ ਔਰ ਭੀਤਰ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਇਹਦਾ ਮਤਲਬ ਕਿ ਦੁਨੀਆ ਦੀ ਮੁਸੀਬਤਾਂ ਦੇ ਕਾਰਨ ਮੈਂ ਅਧਿਆਤਮ ਤੋਂ ਨਹੀਂ ਟੁੱਟਿਆ ਹਾਂ, ਮੈਂ ਮਨ ਦੀ ਉਲਝਣਾਂ ਦੇ ਕਾਰਨ ਅਧਿਆਤਮ ਤੋਂ ਟੁੱਟਿਆ ਹਾਂ। ਮੇਰਾ ਫੇਲੀਅਰ ਇਹ ਨਹੀਂ ਹੈ ਕਿ ਬਾਹਰਲਾ ਜੀਵਨ ਮੈਨੂੰ ਬਹੁਤ ਜ਼ਿਆਦਾ ਉਲਝਾ ਕੇ ਰੱਖਦਾ ਹੈ। ਮੇਰਾ ਫੇਲੀਅਰ ਇਹ ਹੈ ਕਿ ਮੈਂ ਆਪਣੇ ਮਨ ਦੇ ਤੱਤ ਨੂੰ ਨਹੀਂ ਜਾਣ ਪਾ ਰਿਹਾ, ਔਰ ਉਹਨੂੰ ਜਾਣਨ ਵਾਸਤੇ ਮਨ ਨੂੰ ਮੁੱਖ ਵਿੱਚ ਰੱਖ ਕੇ ਚੱਲਣਾ ਹੋਏਗਾ, ਮਨ ਨੂੰ ਧਿਆਨ ਵਿੱਚ ਰੱਖਣਾ ਹੋਏਗਾ, ਸ਼ਬਦ ਦੇ ਧਿਆਨ ਵਿੱਚ ਜੀਣਾ ਹੋਏਗਾ। ਉਹਦੇ ਵਾਸਤੇ ਸਿਰਫ ਸ਼ਬਦ ਔਰ ਧਿਆਨ ਦੀ ਲੋੜ ਹੈ। ਕਿਧਰੇ ਵੀ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਹੈ ਕਿ ਸਿਰਫ ਬੈਠ ਕੇ ਹੀ ਨਾਮ ਅਭਿਆਸ ਹੋਏਗਾ। ਕਿਧਰੇ ਇਹ ਨਹੀਂ ਕਿਹਾ ਹੈ ਕਿ ਜਿੱਥੇ ਬਾਹਰ ਦੀ ਉਲਝਣਾਂ ਹਨ ਉੱਥੇ ਮਨ ਸ਼ਾਂਤ ਨਹੀਂ ਹੋ ਸਕਦਾ, ਬਲਕਿ ਸਿੱਖੀ ਇੱਕ ਇਹੋ ਜਿਹਾ ਨਿਰਾਲਾ ਜੀਵਨ ਹੈ ਜਿੱਥੇ ਮੌਤ ਵਰਗੇ ਡਰਾਵਨੇ ਦਰਸ਼ਨ ਵਿੱਚ ਵੀ ਗੁਰੂ ਬਿਲਕੁਲ ਸ਼ਾਂਤ ਰੂਪ ਬੈਠਾ ਹੈ। ਗੁਰੂ ਅਭੇਦ ਹੈ, ਉਸ ਨੂੰ ਕੋਈ ਡਰ ਨਹੀਂ ਹੈ। ਗੁਰੂ ਨੂੰ ਮੌਤ ਤੋਂ ਕੋਈ ਫਿਕਰ ਨਹੀਂ ਹੈ। ਗੁਰੂ ਦਾ ਸਿੱਖ ਹੋਣ ਦੇ ਨਾਤੇ ਮੇਰਾ ਜੀਵਨ ਇਸ ਤਰਫ ਨੂੰ ਫਲੋ ਕਰਨਾ ਚਾਹੀਦਾ ਹੈ। ਜਿੱਧਰ ਵੀ ਮੈਂ ਜੀਆਂ, ਕਿਹੋ ਜਿਹਾ ਉਲਝਣ ਵਿੱਚ ਵੀ ਮੈਂ ਰਵਾਂ, ਮੇਰੀ ਇੱਕ ਅਰਦਾਸ ਮਹਾਰਾਜ, ਨਾਮ ਮੇਰੇ ਨਾਲ ਰਹੇ। ਇਹ ਜੀਵਨ ਕੁਝ ਹੱਦ ਤੱਕ ਮੇਰੀ ਆਪਣੀ ਬਣਾਈ ਹੋਈ ਕਹਾਣੀ ਹੈ, ਕੁਝ ਪੁਰਾਤਨ ਕਰਮਾਂ ਦੀ ਗੱਲ ਹੈ। ਅੱਜ ਦੇ ਔਰ ਪੁਰਾਤਨ ਸੰਕਲਪ ਮਿਲ ਕੇ ਜੀਵਨ ਮੇਰਾ ਬਣ ਗਿਆ ਹੈ। ਕਈ ਵਾਰ ਇਹ ਹੋ ਜਾਂਦਾ ਹੈ ਕਿ ਜਿਹੜੀ ਅਧਿਆਤਮ ਦੀ ਖੁਚ ਹੈ ਉਹ ਜੀਵਨ ਦੀ ਰਿਐਲਿਟੀ
ਪ੍ਰਗਟ ਨਹੀਂ ਹੋਣ ਦਿੰਦੀ। ਪਿਛਲੇ ਕਰਮ ਸਾਹਮਣੇ ਖਲੋ ਜਾਂਦੇ ਹਨ। ਪਰ ਕੀ ਇਹ ਮੈਟਰ ਕਰਦਾ ਹੈ? ਮਨ ਦੀ ਲੈਵਲ ਵਿੱਚ ਕੀ ਵਰਤ ਰਿਹਾ ਹੈ, ਇਹ ਬਾਹਰ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਅਗਰ ਮਨ ਜੁੜਿਆ ਹੈ ਤਾਂ ਆਲੇ ਦੁਆਲੇ ਅੱਗ ਵੀ ਲੱਗੀ ਹੋਏ ਤਾਂ ਮਨ ਦੀ ਠੰਡਕ ਮਨ ਨੂੰ ਥਿਰਤਾ ਵਿੱਚ ਰੱਖੇਗੀ। ਇਹ ਮੈਨੂੰ ਲੱਗਦਾ ਹੈ ਬੜਾ ਵੱਡਾ ਲੈਸਨ ਹੈ ਜੀਵਨ ਬਾਰੇ, ਕਿ ਜੀਵਨ ਦਾ ਅਸਲ ਕੰਟਰੋਲ ਉੱਥੇ ਨਹੀਂ ਹੈ ਜਿਸ ਨੂੰ ਮੈਂ ਡਿਫਾਈਨਡ ਜੀਵਨ ਜਾਣਦਾ ਹਾਂ। ਇਹਦਾ ਅਸਲ ਕੰਟਰੋਲ ਉੱਥੇ ਹੈ ਜਿਹੜਾ ਅਨਡਿਫਾਈਨਡ ਅੰਤਰਮਨ ਹੈ। ਹੋ ਸਕਦਾ ਹੈ ਅੱਜ ਦੇ ਸਾਹਮਣੇ ਦੇ ਹਾਲਾਤ ਮੇਰੇ ਹੱਥ ਵਿੱਚ ਨਾ ਹੋਣ, ਪਰ ਮੇਰੇ ਅੰਤਰ ਦੇ ਹਾਲਾਤ ਮੇਰੇ ਹੱਥ ਵਿੱਚ ਹਨ। ਪਰ ਇਹਦੇ ਵਾਸਤੇ ਵੀ ਅਭਿਆਸ ਦੀ ਲੋੜ ਹੈ, ਸ਼ਬਦ ਦੀ ਸਾਂਝ ਦੀ ਲੋੜ ਹੈ, ਇੱਕ ਟਕਸਾਲ ਵਿੱਚ ਭਰਤੀ ਹੋਣ ਦੀ ਲੋੜ ਹੈ ਜਿੱਥੇ ਮਨ ਸ਼ਬਦ ਨਾਲ ਘੜਿਆ ਜਾਂਦਾ ਹੈ। ਅੱਜ ਦੇ ਪਦੇ ਵਿੱਚ ਸਾਹਿਬ ਨੇ ਇੱਕ ਇਹੋ ਜਿਹੀ ਅਵਸਥਾ ਦੀ ਗੱਲ ਕੀਤੀ ਹੈ ਜਿੱਥੇ ਜਿੰਦੇ ਜੀ ਮੌਤ ਹੈ। ਸੁਣ, ਬਲਕਿ ਮੈਨੂੰ ਇਹ ਲੱਗਦਾ ਹੈ ਕਿ ਇਸ ਸੁਣ ਸ਼ਬਦ ਦਾ ਜਿਹੜਾ ਗਹਿਨ ਅਰਥ ਹੈ ਉਸ ਤੋਂ ਭਾਵ ਇਹ ਹੈ ਕਿ ਮੈਂ ਸਰੀਰ ਤੋਂ ਵੀ ਮੁਕਤ ਹਾਂ। ਗੁਰਮੁਖ ਇੱਕ ਸ਼ਬਦ ਬਹੁਤ ਵਾਰ ਵਰਤਦੇ ਸਨ, ਕਹਿੰਦੇ ਸਨ ਜੀਵਨ ਬਦੇ ਅਵਸਥਾ ਵਿੱਚ ਵੀ ਜਾਣਨਾ ਚਾਹੀਦਾ ਹੈ, ਦੇਹ ਤੋਂ ਪਰੇ ਵੀ ਜੀਵਨ ਹੈ। ਸੁਣ ਸ਼ਬਦ ਦਾ ਅਗਰ ਅਰਥ ਅਸੀਂ ਮਹਾਨਕੋਸ਼ ਤੋਂ ਦੇਖੀਏ ਤਾਂ ਉਸ ਤੋਂ ਪਾਰ ਬ੍ਰਹਮ ਦੀ ਗੱਲ, ਨਿਰੰਕਾਰ ਦੀ ਗੱਲ ਦੇ ਦਰਸ਼ਨ ਹੁੰਦੇ ਹਨ, ਜਿੱਥੇ ਮੈਂ ਨਹੀਂ ਹਾਂ, ਜਿੱਥੇ ਨਿਰੰਕਾਰ ਹੈ। ਹਜ਼ੂਰ ਨੇ ਇੱਕ ਗੱਲ ਚਲਾਈ ਹੈ ਅੱਜ, ਸੁਨੋ ਸੁਨ ਕਹੇ ਸਭ ਕੋਈ। ਜਦੋਂ ਕੋਈ ਐਕਸਪੀਰੀਅੰਸ ਜਿਹੜਾ ਬਹੁਤ ਗਹਿਨ ਹੁੰਦਾ ਹੈ, ਪ੍ਰਚਲਿਤ ਹੋ ਜਾਂਦਾ ਹੈ, ਸੋਸਾਇਟੀ ਵਿੱਚ ਬਹੁਤ ਫੇਮਸ ਹੋ ਜਾਂਦਾ ਹੈ, ਤਾਂ ਇੱਕ ਫੈਸ਼ਨੇਬਲ ਗੱਲ ਚੱਲ ਪੈਂਦੀ ਹੈ। ਫੈਸ਼ਨ ਉਹ ਜੋ ਅੱਜ ਦਾ ਸਿੱਕਾ ਹੈ। ਮਤਲਬ ਕੀ ਹੈ ਮੇਰਾ? ਸਿੱਕੇ ਤੋਂ ਭਾਵ ਕੀ ਹੈ? ਕਰੰਸੀ। ਜੀਵਨ ਵਿੱਚ ਅਸੀਂ ਕਰੰਸੀ ਵਰਤਦੇ ਹਾਂ ਖਰੀਦ ਫਰੋਖਤ ਵਾਸਤੇ, ਔਰ ਸਾਈਕੋਲੋਜੀ ਦੇ ਲੈਵਲ 'ਤੇ ਅਸੀਂ ਫੈਸ਼ਨ ਨੂੰ ਵਰਤਦੇ ਹਾਂ ਆਪਣੀ ਛਾਪ ਛੱਡਣ ਵਾਸਤੇ। ਇੱਕ ਸਾਈਕੋਲੋਜੀਕਲ ਗੇਮ ਹੈ। ਉਸ ਤੋਂ ਫੈਸ਼ਨ ਉਤਪੰਨ ਹੁੰਦਾ ਹੈ ਕਿ ਜੋ ਅੱਜ ਅੱਛਾ ਹੈ ਉਹਨੂੰ ਮੈਂ ਡਿਫਾਈਨ ਕਰਦਾ ਹਾਂ ਜਾਂ ਕੁਝ ਲੋਕ ਡਿਫਾਈਨ ਕਰ ਦਿੰਦੇ ਹਨ, ਫਿਰ ਕਾਫੀ ਭੀੜ ਉਹਦੇ ਪਿੱਛੇ ਲੱਗ ਪੈਂਦੀ ਹੈ। ਇਹ ਫੈਸ਼ਨੇਬਲ ਹੈ। ਜਦੋਂ ਸਾਰੀ ਜਗ੍ਹਾ ਤੋਂ ਛਾਪ ਦੁਨੀਆ ਦੇ ਉੱਤੇ ਛੱਡ ਕੇ ਇੱਕ ਜਗ੍ਹਾ ਤਾਂ ਮੈਨੂੰ ਗਿਆਨ ਨਹੀਂ ਹੁੰਦਾ, ਉਹ ਅਧਿਆਤਮ ਦਾ ਹੈ। ਮੈਂ ਪੈਸੇ ਵਾਲਾ ਹਾਂ, ਸੁਸਾਇਟੀ ਵਿੱਚ ਜਾਣਿਆ ਹੋਇਆ ਹਾਂ, ਫੇਮਸ ਹਾਂ, ਤਾਂ ਫਿਰ ਵੀ ਸਾਧੂ ਪੁਰਸ਼ ਮੇਰੇ ਦਾਇਰੇ ਤੋਂ ਬਾਹਰ ਹੈ, ਸਪਿਰਿਚੁਅਲਿਟੀ ਮੇਰੇ ਰੈਲਮ ਤੋਂ ਬਾਹਰ ਹੈ। ਪਰ ਕਈ ਵਾਰ ਇੱਥੇ ਵੀ ਹੰਕਾਰ ਆਪਣੀ ਛਾਪ ਛੱਡਣਾ ਚਾਹੁੰਦਾ ਹੈ, ਤਾਂ ਹੰਕਾਰੀ ਪੁਰਸ਼ ਇਹਨੂੰ ਵੀ ਆਪਣੇ ਅਧੀਨ ਕਰਨਾ ਚਾਹੁੰਦਾ ਹੈ। ਜਿਵੇਂ ਅਸੀਂ ਅਲੈਗਜ਼ੈਂਡਰ ਔਰ ਡਾਇਜਨੀਜ਼ ਦੀ ਗੱਲ ਵਿਚਾਰੀ ਸੀ, ਤਾਂ ਫਿਰ ਪ੍ਰਚਲਿਤ ਹੋ ਜਾਂਦਾ ਹੈ ਸ਼ਬਦ ਵਰਤਨੇ। ਫਿਰ ਹੰਕਾਰ ਵੀ ਸ਼ਬਦ ਵਰਤਦਾ ਹੈ, ਕਹਿਣਾ ਸ਼ੁਰੂ ਹੋ ਜਾਂਦਾ ਹੈ। ਅਧਿਆਤਮ ਦੇ ਉਹ ਸ਼ਬਦ ਵਰਤ ਕੇ ਮੈਂ ਮਨਵਾਉਂਦਾ ਹਾਂ ਲੋਕਾਂ ਨੂੰ ਕਿ ਮੈਨੂੰ ਗਿਆਨ ਹੈ। ਆਨੰਦ ਦੀ ਬਾਣੀ ਵਿੱਚ ਵੀ ਹਜ਼ੂਰ ਨੇ ਕੁਝ ਇਹੋ ਜਿਹੀ ਗੱਲ ਹੀ ਚਲਾਈ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ।
ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਸਭ ਕੋਈ ਗੱਲ ਕਰਦੇ ਹਨ ਆਨੰਦ ਦੀ। ਇਸ ਤਰ੍ਹਾਂ ਸੁਣ ਦੀ ਵੀ ਗੱਲ ਲੋਕੀ ਚਲਾਉਂਦੇ ਹਨ। ਸਭ ਕੋਈ ਗੱਲ ਕਰਦੇ ਹਨ ਉਸ ਸੁਣ ਦੀ, ਉਸ ਮਨ ਦੀ ਅਵਸਥਾ ਸੀ ਜਿਹੜੀ ਸਿਖਰ ਦੀ ਲੱਗਦੀ ਹੈ। ਇੱਕ ਤਰ੍ਹਾਂ ਨਾਲ ਯੋਗੀਆਂ ਨੇ ਇਸ ਨੂੰ ਗੋਡ ਰਿਅਲਾਈਜੇਸ਼ਨ, ਜਿਸ ਨੂੰ ਗੁਰੂ ਸਾਹਿਬ ਨੇ ਸੱਚਖੰਡ ਕਿਹਾ ਹੋਏ, ਭਗਤ ਕਬੀਰ ਨੇ ਬੇਕੁੰਠ ਕਿਹਾ ਹੋਏ, ਭਗਤ ਰਵਿਦਾਸ ਨੇ ਬੇਗਮਪੁਰਾ ਕਿਹਾ, ਉਹ ਜੀ ਗੱਲ ਯੋਗੀਆਂ ਨੇ ਸੁਣਨ ਦੇ ਨਾਲ ਰਿਲੇਟ ਕੀਤੀ ਹੈ। ਅੱਜ ਗੱਲ ਚੱਲ ਰਹੀ ਹੈ ਸੁਣ ਬਾਰੇ, ਔਰ ਇੱਥੇ ਨਹੀਂ ਰੁਕਦੀ ਗੱਲ ਇਸ ਪਦੇ ਤੇ। ਅਗਲੇ ਪਦੇ ਤੇ ਸਾਹਿਬ ਨੇ ਇਸ ਦੀ ਫਿਜ਼ੀਓਲੋਜੀ ਵੀ ਸਮਝਾ ਦਿੱਤੀ ਹੈ। 10ਵੇਂ ਦੁਆਰ ਦੀ ਵੀ ਗੱਲ ਚਲਾ ਦਿੱਤੀ ਹੈ। ਇਸ ਬਾਣੀ ਵਿੱਚ ਬਹੁਤ ਗਹਿਨ ਐਕਸਪੀਰੀਐਂਸਿਸ ਖੋਲੇ ਹਨ। 9 ਸਰ ਸੁਭਰ 10ਵੇਂ ਪੂਰੇ। ਪੂਰੇ ਕਿੱਥੇ ਹੁੰਦੇ ਹੈ ਇਨਸਾਨ? ਇਹ ਅਧੂਰਾਪਨ ਕਿੱਥੇ ਖਤਮ ਹੋਏਗਾ? ਤਾਂ ਹਜੂਰ ਕਹਿੰਦੇ ਹਨ ਕਿ ਸੁਨੋ ਸੁਨ ਕਹੇ ਸਭ ਕੋਈ। ਸਭ ਇਸ ਸੁਣ ਦੀ ਗੱਲ ਚਲਾ ਰਹੇ ਹਨ। ਪ੍ਰਚਲਿਤ ਹੈ। ਇਸ ਤੋਂ ਆਪਣੀ ਈਗੋ ਦੀ ਛਾਪ ਛੱਡਣਾ ਚਾਹੁੰਦੇ ਹਨ। ਪਰ ਫਿਰ ਇੱਕ ਪ੍ਰਸ਼ਨ ਉੱਠਦਾ ਹੈ, ਯੋਗੀਆਂ ਦਾ ਪ੍ਰਸ਼ਨ ਲੱਗਦਾ ਹੈ, ਅਨਹਦ ਸੁਨ ਕਹਾਂ ਤੇ ਹੋਈ। ਅਨਹਦ ਸ਼ਬਦ ਨੂੰ ਕਈ ਤਰ੍ਹਾਂ ਡਿਫਾਈਨ ਕੀਤਾ ਜਾ ਸਕਦਾ ਹੈ। ਸਾਊਂਡ ਵਿਦਾਊਟ ਸੋਰਸ, ਬਿਨਾਂ ਦੂਸਰੇ ਦੇ ਆਵਾਜ਼, ਜਿਸ ਦੀ ਹੱਤਿਆ ਨਹੀਂ ਹੋ ਸਕਦੀ, ਜਿਸ ਦੀ ਹੱਦ ਨਹੀਂ ਹੈ। ਅਨਹਦ ਸੁਣ ਤੋਂ ਟੁਕਵਾਂ ਜਿਹੜਾ ਰਿਲੇਸ਼ਨ ਬਣਦਾ ਹੈ, ਉਹ ਸੁਣ ਜਿਹੜਾ ਸਦਾ ਲਈ ਹੈ। ਅਨਹਦ ਸੁਣ ਕਹਾਂ ਤੇ ਹੋਈ। ਇਹ ਅਵਸਥਾ ਕਿੱਥੋਂ ਆਉਂਦੀ ਹੈ? ਦਰਅਸਲ ਇਹ ਸਾਡੇ ਸਾਰਿਆਂ ਦਾ ਪ੍ਰਸ਼ਨ ਹੈ। ਕਿਉਂਕਿ ਅਗਰ ਜੀਵਨ ਦੀ ਕਨਫਿਊਜ਼ਨਸ, ਜੀਵਨ ਦਾ ਕੇਓਸ, ਜੀਵਨ ਦੀ ਪ੍ਰੋਬਲਮਸ ਸਾਨੂੰ ਕੁਝ ਪੁੱਛਣ ਵਾਸਤੇ ਪ੍ਰੈਸ਼ਰਾਈਜ਼ ਕਰਦੇ ਨੇ, ਤਾਂ ਉਹ ਇਹੀ ਪੁੱਛ ਰਹੇ ਹਾਂ ਅਸੀਂ ਕਿ ਇਸ ਸਭ ਦਾ ਅਲਟੀਮੇਟ ਰਿਐਲਿਟੀ ਕੀ ਹੈ। ਇਸ ਜੀਵਨ ਨੂੰ ਜੀ ਕੇ ਤੱਤ ਕੀ ਹੈ ਇਹਦਾ? ਮੇਰੇ ਅੰਤਰ ਦਾ ਭਲਾ ਕਿੱਥੇ ਹੈ? ਉਹ ਅਵਸਥਾ ਕਿੱਥੇ ਹੈ ਜਿੱਥੇ ਮੇਰੀ ਦੇਖ ਰੇਖ ਹੋ ਸਕਦੀ ਹੈ? ਸੋ ਸਥਾਨ ਬਤਾਵੋ ਨੀਤਾ ਜਾ ਕੇ ਹਰ ਹਰ ਕੀਰਤਨ ਨੀਤਾ। ਉਹ ਜਗ੍ਹਾ ਦੱਸ ਦਿਓ, ਉਹ ਅਵਸਥਾ ਦੱਸ ਦਿਓ ਜਿੱਥੇ ਮੈਂ ਸੰਭਾਲਿਆ ਜਾਵਾਂਗਾ। ਸਾਹਿਬ ਨੇ ਸੁਣ ਦੀ ਗੱਲ ਚਲਾਈ ਹੈ। ਸੁਣ ਅਵਸਥਾ ਨਿਰੰਕਾਰ ਰੂਪ ਦੀ ਅਵਸਥਾ ਹੈ, ਜਿੱਥੇ ਮੈਂ ਨਹੀਂ ਹਾਂ, ਜਿੱਥੇ ਮਨ ਦੇ ਆਨੰਦ ਦੀ ਪ੍ਰਗਟਾਵੇ ਹਨ। ਔਰ ਇਹਦਾ ਮੇਰੀ ਬਾਹਰ ਦੀ ਰਿਐਲਿਟੀ ਨਾਲ ਕੋਈ ਵੀ ਕਨੈਕਸ਼ਨ ਨਹੀਂ ਹੈ। ਸਿਰਫ ਇੰਨਾ ਹੀ ਹੈ ਕਿ ਥੋੜੀ ਜਿਹੀ ਸਟਰਗਲ ਵੱਧ ਜਾਂਦੀ ਹੈ, ਦਰਵਾਜ਼ਾ ਖੋਲਣ ਲਈ ਥੋੜੀ ਜਿਹੀ ਸ਼ਕਤੀ ਲੱਗ ਜਾਂਦੀ ਜ਼ਿਆਦਾ, ਬਸ। ਜਾਂ ਸ਼ਾਇਦ ਉਹ ਵੀ ਨਹੀਂ ਹੈ, ਕਿਉਂਕਿ ਅਗਰ ਮਨ ਦੀ ਅਵਸਥਾ ਇਕਾਗਰ ਹੈ ਤਾਂ ਬਾਹਰ ਨਾਲ ਡਿਸਕਨੈਕਟ ਹੋਣ ਨਾਲ ਜ਼ਿਆਦਾ ਦੇਰ ਨਹੀਂ ਲੱਗਦੀ, ਜੋ ਮੈਨੂੰ ਲੱਗਦਾ ਹੈ। ਮੇਰਾ ਐਕਸਪੀਰੀਅੰਸ ਨਹੀਂ ਹੈ, ਪਰ ਆਪ ਇਸ ਗੱਲ ਨੂੰ ਵਿਚਾਰਨਾ। ਮੇਰੇ ਜੀਵਨ ਦੀ ਬਹੁਤ ਜ਼ਿਆਦਾ ਐਨਰਜੀ ਮੇਰੇ ਬਾਹਰ ਦੇ ਹਾਲਾਤਾਂ ਨਾਲ ਰਿਲੇਸ਼ਨ ਰੱਖਦੀ ਹੈ। ਬਾਹਰ ਦੀ ਚਿੰਤਾ, ਰੋਜ਼ਮर्रा ਦੇ ਜੀਵਨ ਦੀ ਚਿੰਤਾ, ਰੋਜ਼ਮर्रा ਦੇ ਜੀਵਨ ਦੇ ਹਾਦਸੇ, ਰੋਜ਼ਮर्रा ਦੇ ਜੀਵਨ ਦੇ ਰਿਲੇਸ਼ਨਸ਼ਿਪਸ,
ਕਮਿਟਮੈਂਟਸ, ਲੈਣ ਦੇਣ, ਮੇਰੀ ਸਾਰੀ ਐਨਰਜੀ ਇੱਥੇ ਲੱਗ ਰਹੀ ਹੈ। ਪਰ ਇਹਦਾ ਜਵਾਬ ਕਿੱਥੇ ਹੈ? ਇਹਨਾਂ ਸਾਰੀ ਸੋਲਿਊਸ਼ਨਸ ਦਾ ਜਵਾਬ ਕਿੱਥੇ ਹੈ? ਅੱਜ ਮੇਰੇ ਸਾਰੇ ਮਸਲੇ ਖਤਮ ਹੋ ਜਾਣ, ਕੋਈ ਇੱਕ ਜਾਦੂ ਦੀ ਛੜੀ ਨਾਲ ਮੈਂ ਸਾਰਾ ਕੁਝ ਸੋਲਵ ਕਰ ਦਿਆਂ, ਕੱਲ ਫਿਰ ਨਵੇਂ ਸਿਰਿਓਂ ਤੋਂ ਮੁਸੀਬਤਾਂ ਮੈਂ ਬੁਲਾਉਂਦਾ ਰਹਾਂਗਾ ਆਪਣੇ ਵੱਲ। ਜੀਵਨ ਦਾ ਕੀ ਪਤਾ ਹੈ? ਇੱਥੇ ਅਨਹੋਣੀ ਹੁੰਦੀ ਹੈ, ਕੋਈ ਵੀ ਗਾਰੰਟੀ ਨਹੀਂ ਹੈ। ਫਿਰ ਕੀ ਗਾਰੰਟੀਜ਼ ਹਨ? ਕੀ ਜਵਾਬ ਹਨ ਜਿਨ੍ਹਾਂ ਵੱਲ ਮੈਨੂੰ ਆਪਣਾ ਮਨ ਮੋੜਨਾ ਹੈ? ਸਾਹਿਬ ਕਹਿ ਰਹੇ ਹਨ, ਸ਼ਬਦ ਨੂੰ, ਨਾਮ ਨੂੰ ਮਨ ਵਿੱਚ ਵਸਾ। ਬਿਨਾਂ ਨਾਮ ਔਰ ਸ਼ਬਦ ਦੇ ਜੀਵਨ ਵਿੱਚ ਕੁਝ ਵੀ ਨਹੀਂ ਮਿਲਦਾ ਹੈ। ਸਭ ਕੁਝ ਸੰਭਾਲਿਆ ਗਿਆ, ਫਿਰ ਵੀ ਸਭ ਕੁਝ ਖਤਮ ਹੋ ਗਿਆ। ਕੁਝ ਵੀ ਨਾ ਮਿਲਿਆ, ਫਿਰ ਵੀ ਸਭ ਕੁਝ ਮਿਲ ਗਿਆ। ਇਸ ਤਰ੍ਹਾਂ ਦਾ ਇੱਕ ਕਨੈਕਸ਼ਨ ਔਰ ਡਿਸਕਨੈਕਸ਼ਨ ਦੋਨੋਂ ਨਾਲ ਨਾਲ ਚੱਲਦੇ ਹਨ। ਇੱਥੇ ਭਿਖਾਰੀ ਵੀ ਰਾਜਾ ਹੋ ਸਕਦਾ ਹੈ, ਇੱਥੇ ਕਰਜ਼ਾਈ ਵੀ ਮੁਕਤ ਹੋ ਸਕਦਾ ਹੈ, ਔਰ ਇੱਥੇ ਰਾਜਾ ਭਿਖਾਰੀ ਦੀ ਤਰ੍ਹਾਂ ਜਿੰਦਾ ਹੈ। ਇਹ ਜੀਵਨ ਦੀ ਆਪਣੀ ਡਾਇਕੋਟਮੀ ਹੈ। ਗੁਰੂ ਨਾਨਕ ਸਾਹਿਬ ਅਸਲੀਅਤ ਦੇ ਵੱਲ ਸਾਨੂੰ ਪ੍ਰੇਰਦੇ ਹਨ, ਮਨ ਦੇ ਵੱਲ। ਮਨ ਜੀਤੇ ਹੈ ਜਗ ਜੀਤ, ਆਈ ਪੰਥੀ ਸਗਲ ਜਮਾਤੀ। ਇੱਕ ਸੀਮਲੈਸ ਦੁਨੀਆ ਜਿੱਥੇ ਕੋਈ ਬਾਰਡਰਸ ਨਹੀਂ ਹਨ। ਧਰਮ, ਜਾਤ, ਭਾਸ਼ਾ, ਸੈਕਸ, ਰੰਗ, ਰੂਪ, ਇਹਨਾਂ ਦੀ ਕੋਈ ਭੇਦ ਨਹੀਂ ਹਨ। ਸਗਲ ਜਮਾਤੀ। ਮਨ ਨੂੰ ਜਿੱਤ ਲਈਏ ਤਾਂ ਦੁਨੀਆ ਜਿੱਤੀ ਜਾਂਦੀ ਹੈ। ਮਨ ਨੂੰ ਹਾਰ ਗਏ ਤਾਂ ਸਭ ਕੁਝ ਹਾਰ ਗਏ। ਔਰ ਮਨ ਨੂੰ ਜਿੱਤਣ ਦਾ ਕੀ ਤਰੀਕਾ ਹੈ? ਮਨ ਵੇਚੇ ਸਤਿਗੁਰ ਕੇ ਪਾਸ। ਸ਼ਬਦ ਨਾਲ ਮਨ ਨੂੰ ਇਸ ਤਰ੍ਹਾਂ ਸਾਂਝ ਪਾਣੀ ਕਿ ਮਨ ਦੇ ਵਿਚਾਰ ਦੀ ਜਗ੍ਹਾ ਸ਼ਬਦ ਹੀ ਚੱਲੇ। ਗਾਵੀਏ ਸੁਣੀਏ ਮਨ ਰੱਖੀਏ ਪਾਓ, दसम द्वार कुंजी जब दीजे तब दयाल को दर्शन कीजिए। ਸਾਹਿਬ ਕਹਿੰਦੇ ਹਨ ਕਿ ਅਨਹਦ ਸੁਨ ਕਹਾਂ ਤੇ ਹੋਈ। ਇਹ ਕਿੱਥੋਂ ਆ ਰਿਹਾ? ਸੋਰਸ ਕੀ ਹੈ? ਮੈਂ ਕਿਸੇ ਸੋਰਸ ਨੂੰ ਲੱਭਣ ਗਿਆ। ਮੰਨ ਲਓ ਗੰਗਾ ਦੀ ਨਦੀ ਹੈ, ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ ਕਈ ਸਮੇਂ ਤੋਂ। ਹਿੰਦੂ ਮਤ ਵਿੱਚ ਗੰਗੋਤਰੀ ਦੀ ਬਹੁਤ ਮਾਨਤਾ ਹੈ, ਸੋਰਸ ਹੈ ਗਊਮੁਖ। ਮੈਂ ਸੋਰਸ ਲੱਭਣ ਗਿਆ। ਸੋਰਸ ਲੱਭਦਾ ਲੱਭਦਾ ਮੈਂ ਗੁੰਮ ਹੀ ਹੋ ਗਿਆ। ਮੈਂ ਨਹੀਂ ਰਿਹਾ ਤਾਂ ਸਭ ਕੁਝ ਪਾ ਲਿਆ। ਮਨ ਕਿਧਰੇ ਵਿਕ ਗਿਆ, ਮਨ ਗਿਰ ਗਿਆ, ਸਭ ਕੁਝ ਪਾ ਲਿਆ। ਔਰ ਮਨ ਨਹੀਂ ਗਿਰਿਆ ਤਾਂ ਪਾ ਕੇ ਵੀ ਕੁਝ ਨਹੀਂ ਪਾਇਆ। ਤਾਂ ਗੁਰੂ ਸਾਹਿਬ ਕਹਿ ਰਹੇ ਨੇ ਇਹਦਾ ਸੋਰਸ ਕੀ ਹੈ? ਯੋਗੀਆਂ ਦਾ ਪ੍ਰਸ਼ਨ ਉੱਠਿਆ ਹੈ, ਅਨਹਤ ਸੁਨ ਕਹਾਂ ਤੇ ਹੋਈ। ਅਨਹਤ ਸੁਨ ਰਤੇ ਸੇ ਕੈਸੇ। ਇਹ ਸੁਨ ਵਿੱਚ ਮੈਂ ਕਿਸ ਤਰ੍ਹਾਂ ਸਮਾ ਸਕਦਾ ਹਾਂ? ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹੈ। ਇਹੀ ਇੱਕ ਕੁਐਸਚਨ ਅਸੀਂ ਸਾਰੇ ਪੁੱਛ ਰਹੇ ਹਾਂ। ਅਸੀਂ ਸਾਰੇ ਐਸੇ ਪ੍ਰਸ਼ਨ ਨੂੰ ਬਾਰ-ਬਾਰ ਜੀਵਨ ਵਿੱਚ ਅਨੇਕ ਰੂਪਾਂ ਵਿੱਚ ਦੇਖਦੇ ਹਾਂ ਕਿ ਮੈਂ ਜੀਵਨ ਦੀ ਰਿਐਲਿਟੀ ਨੂੰ ਕਿਵੇਂ ਜਾਣ ਸਕਦਾ ਹਾਂ ਔਰ ਉਹਦੇ ਵਿੱਚ ਮੈਂ ਕਿਵੇਂ ਜੀ ਸਕਦਾ ਹਾਂ। ਅਨਹਦ ਸੁਨ ਰਤੇ ਸੇ ਕੈਸੇ। ਮੈਂ ਉਸ ਦੇ ਵਿੱਚ ਰਤਿਆ ਕਿਵੇਂ ਜਾਵਾਂਗਾ? ਇਹਨਾਂ ਪ੍ਰਸ਼ਨਾਂ ਵਿੱਚ ਹੀ ਬਹੁਤ ਕੁਝ ਸਾਨੂੰ ਦੱਸਿਆ ਗਿਆ ਹੈ। ਦਰਅਸਲ ਸਹੀ ਪ੍ਰਸ਼ਨ ਪੁੱਛ ਲੈਣਾ, ਜੀਵਨ ਦਾ ਜਵਾਬ ਮਿਲ ਜਾਣਾ ਇੱਕੋ ਚੀਜ਼ ਹੈ।
ਜੇ ਮੈਂ ਜੀਵਨ ਵਿੱਚ ਗਲਤ ਪ੍ਰਸ਼ਨ ਹੀ ਪੁੱਛਦਾ ਰਹਾਂਗਾ ਤਾਂ ਮੈਂ ਜੀਵਨ ਦਾ ਸੱਚ ਨਹੀਂ ਜਾਣ ਪਾਵਾਂਗਾ। ਤਾਂ ਇੱਕ ਤਰ੍ਹਾਂ ਨਾਲ ਜੀਵਨ ਦਾ ਸਹੀ ਪ੍ਰਸ਼ਨ ਪੁੱਛ ਲੈਣਾ, ਜੀਵਨ ਦਾ ਜਵਾਬ ਮਿਲ ਜਾਣਾ ਇੱਕੋ ਚੀਜ਼ ਹੈ। ਇਹਦੇ 'ਚ ਬਹੁਤਾ ਭੇਦ ਨਹੀਂ ਹੈ। ਉਡੀਕ ਕਰਨ ਦੀ ਲੋੜ ਨਹੀਂ ਹੈ ਜਵਾਬ ਦੀ। I arrive when I ask the right question from life. When I don't ask the question, then the possibilities are gone. ਔਰ ਇਹਦਾ ਇਹ ਮਤਲਬ ਨਹੀਂ ਕਿ ਮੈਂ ਵਰਬਲੀ ਇਹ ਪ੍ਰਸ਼ਨ ਪੁੱਛਾਂਗਾ। ਇਹਦਾ ਇਹ ਮਤਲਬ ਹੈ ਕਿ ਮਨ ਦੇ ਤਹਿ 'ਤੇ ਮੈਂ ਇਸ ਦੀ ਉਡੀਕ ਰੱਖਦਾ ਹਾਂ। ਮੈਂ ਇਸ ਅਧੂਰੇਪਨ ਤੋਂ ਮੁਕਤ ਹੋਣ ਦੀ ਅਰਦਾਸ ਰੱਖਦਾ ਹਾਂ ਔਰ ਨਾਮ ਵਿੱਚ ਲੀਨ ਹੋਣ ਦਾ ਯਤਨ ਕਰਦਾ ਹਾਂ। ਇਹ ਜਿਹੜੇ ਦੋ ਪ੍ਰਸ਼ਨ ਹਨ, ਇਹ ਕਿਤਨੇ ਇੰਟੈਂਸ ਹਨ। ਜਿਵੇਂ ਕੋਈ ਦਰਵਾਜ਼ੇ ਨੂੰ ਖਟਖਟਾ ਰਿਹਾ ਹੋਏ ਜ਼ੋਰ ਦੀ। ਈਸਾਈ ਮਤ ਵਿੱਚ ਇੱਕ ਸੇਇੰਗ ਹੈ, ਨੌਕ ਐਂਡ ਇਟ ਸ਼ੈਲ ਬੀ ਓਪਨਡ ਅਨਟੂ ਯੂ। ਠੀਕ ਪ੍ਰਸ਼ਨ ਪੁੱਛੋ, ਜਵਾਬ ਮਿਲ ਜਾਏਗਾ। ਮੈਂ ਬਾਹਰਲਾ ਜੀਵਨ ਜੀਂਦੇ ਜੀਂਦੇ ਅੰਤਰ ਵੱਲ ਨੌਕ ਨਾ ਕਰਾਂ, ਇਹ ਮੇਰੀ ਗਲਤੀ ਹੈ। ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਬਹੁਤ ਜ਼ਿਆਦਾ ਦੁੱਖ ਔਰ ਦਰਦ ਨਾਲ ਭਰ ਕੇ ਮੈਂ ਅੰਤਰ ਨਾਲ ਇਤਨੀ ਜ਼ੋਰ ਦੀ ਨੌਕ ਕਰਦਾ ਹਾਂ ਕਿ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਪੋਸੀਬਿਲਿਟੀ। ਮਹਾਰਾਜ ਨੇ ਬਾਣੀ ਸਾਨੂੰ ਦੱਸਿਆ ਹੈ, ਦੁੱਖ ਔਰ ਦਰਦ ਇੱਕ ਦਾਰੂ ਬਣ ਸਕਦਾ ਹੈ, ਇੱਕ ਹੀਲਿੰਗ ਬਣ ਸਕਦਾ ਹੈ। ਮਹਾਰਾਜ ਨੇ ਇੱਕ ਜਵਾਬ ਦੇ ਰੂਪ ਵਿੱਚ ਇੱਕ ਇਸ਼ਾਰਾ ਕੀਤਾ ਹੈ, ਜਿਸ ਤੇ ਉਪਜੇ ਤਿਸ ਹੀ ਜੈਸਾ, ਜਿਸ ਤੇ ਉਪਜੇ ਤਿਸ ਹੀ ਜੈਸੇ। ਕਿਵੇਂ? ਅਨਹਦ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਜਿੱਥੋਂ ਉਪਜਿਆ ਹੈ ਉਸ ਦਾ ਰੂਪ ਕਿਵੇਂ ਹੋ ਗਿਆ ਹੈ। ਜੋ ਨਿਰੰਕਾਰ ਤੋਂ ਇਨਸਾਨ ਬਣਦਾ ਹੈ ਉਸ ਦੇ ਰੂਪ ਵਿੱਚ ਹੋ ਜਾਂਦਾ ਹੈ। ਕੁਝ ਅਗਲੇ ਪਦੇ ਵਿੱਚ ਵੀ ਇਸ ਮਨ ਦੀ ਅਵਸਥਾ ਦੀ ਗੱਲ ਚੱਲੀ ਹੈ। ਨਾਲ ਇਹ ਦੱਸਿਆ ਵੀ ਹੈ ਕਿ ਇਹ ਕਿੱਥੇ ਵੱਜਦਾ ਹੈ। ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹਨਾਂ ਪ੍ਰਸ਼ਨਾਂ ਦੇ ਜਵਾਬ ਅਗਲੇ ਪਦੇ ਵਿੱਚ ਵੀ ਹਨ। ਬਾਣੀ ਦੀ ਗੱਲ ਚਲਾਈ ਹੈ। ਫਿਰ ਮਹਾਰਾਜ ਕਹਿੰਦੇ ਨੇ, ਫਿਰ ਉਹ ਜਨਮ ਨਾ ਮਰੇ, ਉਹ ਜਨਮ ਨਾ ਮਰੇ ਨਾ ਆਵੇ ਜਾਏ। ਜਿਹੜਾ ਪਹੁੰਚ ਗਿਆ ਉਹ ਤਾਂ ਹੁਣ ਨਾ ਮਰਦਾ ਹੈ ਨਾ ਜੰਮਦਾ ਹੈ, ਉੱਥੇ ਰਿਹਾ ਹੁਣ। ਇਹਦਾ ਇਹ ਮਤਲਬ ਨਹੀਂ ਕਿ ਉਹ ਸਰੀਰ ਨਹੀਂ ਲੈਂਦਾ, ਸਰੀਰ ਤੇ ਲੈ ਸਕਦਾ ਹੈ, ਪਰ ਉਹਦਾ ਮਨ ਥਿਰ ਹੋ ਗਿਆ ਹੈ। ਉਹਦਾ ਮਨ ਹੁਣ ਐਸੀ ਰਿਐਲਿਟੀ ਨੂੰ ਜੀ ਰਿਹਾ ਹੈ ਜਿਹੜੀ ਸਦਾ ਲਈ ਹੈ। ਚੇਂਜਿੰਗ ਵਰਲਡ ਵਿੱਚ ਉਹ ਜਿੰਦਾ ਹੈ, ਪਰ ਅਨਚੇਂਜਿੰਗ ਵਰਲਡ ਵਿੱਚ ਪੈਰ ਹਨ ਉਹਦੇ। ਦਸਮ ਗ੍ਰੰਥ ਇੱਕ ਬਹੁਤ ਕੁਐਸਚਨ ਆਨਸਰ ਦਾ ਇਸ਼ੂ ਬਣ ਗਿਆ ਸਾਡੇ ਪੰਥ ਵਿੱਚ, ਪਰ ਉਹਦੇ ਵਿੱਚ 10ਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੈ, ਜਿੱਥੇ ਉਹਨਾਂ ਨੇ ਆਪਣੇ ਪਿਛਲੇ ਜਨਮ ਦੀ ਗੱਲ ਕੀਤੀ ਹੈ। ਮੈਂ ਜਾਣਦਾ ਹਾਂ ਕਈ ਲੋਕ ਉਹਦੇ ਨਾਲ ਐਗਰੀ ਨਹੀਂ ਕਰਦੇ ਹਨ, ਪਰ ਉਹ ਇੱਕ ਐਗਜ਼ਾਮਪਲ ਦੀ ਤਰ੍ਹਾਂ ਮੈਂ ਲੈ ਕੇ ਚੱਲਦਾ ਹਾਂ। ਪੂਰਨ ਪੁਰਸ਼ ਵੀ ਜਨਮ ਲੈ ਸਕਦੇ ਹਨ, ਐਸਾ ਮੈਨੂੰ ਮਹਿਸੂਸ ਹੁੰਦਾ ਹੈ। ਹੋ ਸਕਦਾ ਮੈਂ ਗਲਤ ਹਾਂ, ਤਾਂ ਜਿਹੜੇ ਮੇਰੇ ਨਾਲ ਡਿਸਐਗਰੀ ਕਰਦੇ ਹਨ ਉਹਨਾਂ ਤੋਂ ਮਾਫੀ ਚਾਹੁੰਦਾ ਹਾਂ। ਪਰ ਇਹ ਜਿਹੜੀ ਪ੍ਰਚਲਿਤ ਜੀ ਗੱਲ ਹੈ
ਕਿ ਉਹ ਜਨਮ ਨਹੀਂ ਲੈਂਦੇ, ਉਹਨਾਂ ਦੇ ਸੰਕਲਪ ਦੇ ਅਨੁਸਾਰ ਉਹ ਲੈ ਵੀ ਸਕਦੇ ਹਨ। ਪੰਜ ਤੱਤ ਕੋ ਤਨ ਰਚਿਓ, ਉਹਦਾ ਸੰਕਲਪ ਹੈ ਤਨ ਵਿੱਚ ਰਚਨਾ। ਪਰ ਇਹ ਹੈ ਗੱਲ ਜ਼ਰੂਰ ਕਿ ਉਹਦੀ ਮਨ ਦੀ ਅਵਸਥਾ ਉਹਨਾਂ ਦੀ ਇਸ ਤਰ੍ਹਾਂ ਦੀ ਹੈ ਕਿ ਉਹ ਥਿਰ ਹਨ, ਸਦਾ ਹੀ ਥਿਰ ਹਨ, ਚੇਂਜ ਵਿੱਚ ਵੀ ਅਨਚੇਂਜਿੰਗ ਵਿੱਚ ਜੀਂਦੇ ਹਨ। ਇਸ ਪੰਕਤੀ ਵਿੱਚ ਸਾਹਿਬ ਕਹਿੰਦੇ ਹਨ, ਉਹ ਜਨਮ ਨਾ ਮਰੇ, ਨਾ ਆਵੇ ਨਾ ਜਾਏ। ਦੇ ਡੋਂਟ ਟੇਕ ਬਰਥ, ਮਤਲਬ ਉਹਨਾਂ ਦਾ ਕੋਈ ਸੋਰਸ ਨਹੀਂ ਹੈ। ਨਾ ਉਹ ਮਰਦੇ ਹਨ, ਨਾ ਉਹ ਆਉਂਦੇ ਹਨ, ਨਾ ਜਾਂਦੇ ਹਨ, ਕਿਉਂਕਿ ਉਹ ਥਿਰ ਹਨ, ਉਹ ਸਦਾ ਲਈ ਹਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਿਸ ਤੇ ਉਪਜੇ ਤਿਸ ਹੀ ਜੈਸੇ। ਇਹ ਮਨ ਵੀ ਉਪਜਿਆ ਹੈ। ਇਸ ਮਨ ਦੀ ਇੱਕ ਰਿਐਲਿਟੀ ਹੈ ਜਿਹੜੀ ਉਸ ਦੇ ਰੂਪ ਵਿੱਚ ਸਮਾਈ ਹੋਈ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਸ ਦੇ ਉਪਜੇ ਤਿਸ ਹੀ ਜੈਸੇ। ਇਹ ਮਨ ਉਸ ਦੇ ਰੂਪ ਵਿੱਚ ਹੈ ਜਿਸ ਨੇ ਇਹਨੂੰ ਬਣਾਇਆ ਹੈ। ਮੈਂ ਉਸ ਮਨ ਨੂੰ ਅਗਰ ਜਾਣ ਲਿਆ ਤਾਂ ਫਿਰ ਮੈਂ ਉਸ ਅਵਸਥਾ ਨੂੰ ਜਾਣ ਲਿਆ ਜਿਸ ਨੇ ਇਹਨੂੰ ਬਣਾਇਆ ਹੈ, ਉਹਦੀ ਅਵਸਥਾ ਨੂੰ ਜਾਣ ਲਿਆ। ਸੁਨ ਅਵਸਥਾ ਵਿੱਚ ਇਹੀ ਭਾਵ ਹੈ ਸਾਹਿਬ ਦਾ। ਮਨ ਦੀ ਉਹ ਅਵਸਥਾ ਜਿੱਥੇ ਸਭ ਕੁਝ ਤਿਆਗ ਕੇ ਵੀ ਆਨੰਦ ਹੈ, ਜਿੱਥੇ ਜੀਵਨ ਤੋਂ ਪਰੇ ਇੱਕ ਅਦ੍ਰਿਸ਼ ਜੀਵਨ ਹੈ, ਜਿੱਥੇ ਨਿਰੰਕਾਰ ਦਾ ਗਿਆਨ ਹੈ, ਜਿੱਥੇ ਮਨ ਆਨੰਦ ਹੈ, ਕਾਲ ਤੋਂ ਪਰੇ ਹੈ। ਤਾਂ ਸਾਹਿਬ ਦੱਸਦੇ ਹਨ ਫਿਰ, ਨਾਨਕ ਗੁਰਮੁਖ ਮਨ ਸਮਝਾਏ। ਇਹ ਸਾਰੀ ਗੱਲ ਮਨ ਤੋਂ ਸ਼ੁਰੂ ਹੁੰਦੀ ਹੈ ਔਰ ਮਨ ਵਿੱਚ ਹੀ ਮੁੱਕਦੀ ਹੈ। ਸਾਡਾ ਫਰਜ਼ ਹੈ ਆਪਣੇ ਮਨ ਨੂੰ ਸਮਝਾਉਣਾ, ਮਨ ਦੇ ਵੱਲ ਮੁੱਖ ਕਰਨਾ, ਮਨ ਨੂੰ ਟਟੋਲ ਕੇ ਮਨ ਦੀ ਤਹਿਾਂ ਵਿੱਚ ਉਤਰਨਾ, ਸ਼ਬਦ ਨਾਲ ਮਨ ਨੂੰ ਘੜਨਾ। ਮਨ ਨੂੰ ਕਿਵੇਂ ਸਮਝਾਵਾਂਗੇ? ਗੁਪਤੀ ਬਾਣੀ ਪ੍ਰਗਟ ਹੋਏ। ਅਗਲੀ ਪੰਕਤੀ ਵਿੱਚ, ਅਗਲੀ ਪਦੇ ਵਿੱਚ ਇਹ ਲਾਈਨ ਵੀ ਆਏਗੀ, ਗੁਪਤੀ ਬਾਣੀ ਪ੍ਰਗਟ ਹੋਏ। ਜਿਹੜੀ ਬਾਣੀ ਗੁਪਤ ਹੈ, ਸ਼ਬਦ ਹੈ, ਅਦ੍ਰਿਸ਼ ਹੈ, ਉਹ ਪ੍ਰਗਟ ਹੋ ਗਈ ਹੈ। ਉਸ ਦੀ ਰਿਐਲਿਟੀ ਨੂੰ ਮੈਂ ਜਾਣ ਲਿਆ ਹੈ। ਮੇਰੀ ਸੁਰਤ ਨਾਲ ਉਹਦਾ ਮਿਲਨ ਹੋ ਗਿਆ ਹੈ। ਮੇਰੇ ਇਕਾਗਰ ਮਨ ਔਰ ਸ਼ਬਦ ਦੇ ਵਿੱਚ ਜਿਹੜੀ ਦੀਵਾਰ ਦੇ ਭੇਦ ਹਨ ਉਹ ਮਿਟ ਗਏ ਹਨ। ਸੁਰਤ ਔਰ ਸ਼ਬਦ ਇੱਕ ਹੋ ਗਏ ਹਨ। ਨਾਨਕ ਗੁਰਮੁਖ ਮਨ ਸਮਝਾਏ। ਮਨ ਹੀ ਤਾਂ ਨਹੀਂ ਸਮਝ ਰਿਹਾ। ਆਜੀਵਨ ਮੈਂ ਮਨ ਨਾਲ ਹੀ ਉਲਝਦਾ ਹਾਂ। ਇਹ ਬਾਹਰ ਦੀਆਂ ਜਿਤਨੀਆਂ ਵੀ ਕਨਫਿਊਜ਼ਨਸ ਔਰ ਕੇਓਸ ਹਨ, ਇਹ ਸਾਰੇ ਮੇਰੇ ਮਨ ਦੇ ਵਿੱਚ ਹੀ ਰਿਫਲੈਕਟ ਕਰਦੇ ਹਨ। ਜਿਵੇਂ ਕੋਈ ਪਾਣੀ ਦੇ ਵਿੱਚ ਕੰਕੜ ਸਿੱਟਦਾ ਹੋਏ ਔਰ ਉਸ ਤੋਂ ਤਰੰਗਾਂ ਬਣਦੀਆਂ ਹੋਣ, ਤਾਂ ਮੇਰੇ ਬਾਹਰਲੇ ਜਿਹੜੇ ਇਨਸੀਡੈਂਸਿਸ ਹਨ ਉਹ ਮੇਰੇ ਮਨ ਦੇ ਵਿੱਚ ਤਰੰਗਾਂ ਬਣਾਉਂਦੇ ਹਨ, ਤਾਂ ਮੈਂ ਡਿਸਟਰਬ ਹੁੰਦਾ ਹਾਂ। ਪਰ ਪ੍ਰਸ਼ਨ ਪੁੱਛਣ ਵਾਲਾ ਇਹ ਹੈ, ਕੋਈ ਇਹ ਅਵਸਥਾ ਹੈ ਜਿੱਥੇ ਬਾਹਰਲੇ ਹੋਣੇ ਨਾ ਹੋਣੇ ਨਾਲ ਮੇਰੇ ਮਨ ਦਾ ਡਿਸਕਨੈਕਟ ਹੋ ਸਕਦਾ ਹੈ? ਗੁਰਬਾਣੀ ਸਾਨੂੰ ਦੱਸਦੀ ਹੈ ਕਿ ਹੈ। ਅਸੀਂ ਭਾਈ ਮਤੀ ਦਾਸ ਦੀ ਗੱਲ ਤਾਂ ਕਈ ਵਾਰ ਵਿਚਾਰੀ ਹੈ। ਦੋਏ ਤਨ ਤੇ ਜਪਜੀ ਪੜ੍ਹੇ, ਦੇਖਤ ਸਭ ਅਚਰਜ ਬੜੇ। ਦੋ ਫਾੜ ਹੋ ਰਿਹਾ ਹੈ ਸਰੀਰ। ਇਸ ਤੋਂ ਜ਼ਿਆਦਾ
ਡਰਾਮੈਟਿਕ ਸੀਰੀਅਸ ਹੈਪਨਿੰਗ ਕੀ ਹੋ ਸਕਦੀ ਹੈ ਫਿਜ਼ੀਕਲ ਲੈਵਲ ਤੇ ਕਿ ਸਰੀਰ ਦੋ ਫਾੜ ਹੋ ਰਿਹਾ ਹੈ। ਮੇਰੇ ਜੀਵਨ ਵਿੱਚ ਤਾਂ ਇਹੋ ਜਿਹਾ ਕੁਝ ਵੀ ਨਹੀਂ ਹੋ ਰਿਹਾ, ਪਰ ਮੇਰਾ ਮਨ ਦੋ ਫਾੜ ਹੋ ਜਾਂਦਾ ਹੈ, ਮੇਰਾ ਮਨ ਡਿਵਾਈਡ ਹੋ ਜਾਂਦਾ ਹੈ, ਕੇਓਸ ਵਿੱਚ ਚਲਾ ਜਾਂਦਾ ਹੈ। ਪਰ ਭਾਈ ਮਤੀ ਦਾਸ ਜਪਜੀ ਵਿੱਚ ਲੀਨ ਹੁੰਦੇ ਹਨ ਔਰ ਇਕਾਗਰ ਰਹਿੰਦੇ ਹਨ, ਸਟੇਬਲ ਰਹਿੰਦੇ ਹਨ। ਇਹ ਫਰਕ ਹੈ ਅਪਰੋਚ ਦਾ। ਮੇਰਾ ਮਨ ਜਦੋਂ ਸ਼ਬਦ ਵਿੱਚ ਲੀਨ ਹੋਣਾ ਸਿੱਖ ਲਏਗਾ ਤੇ ਸ਼ਾਇਦ ਮੈਨੂੰ ਕੁਝ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ। ਪਰ ਇਹ ਇੱਕ ਜਵਾਬ ਹੈ ਕਿ ਜਦੋਂ ਸਰੀਰ ਵੀ ਦੁਫਾੜ ਹੋ ਰਿਹਾ ਹੈ ਤਾਂ ਮਨ ਇਕਾਗਰ ਹੈ। ਮਨ ਦੇ ਵਿੱਚ ਕੁਝ ਵੀ ਅਕਸ ਨਹੀਂ ਪੈ ਸਕ ਰਿਹਾ ਬਾਹਰ ਦਾ। ਮੈਂ ਤਾਂ ਛੋਟੀ ਛੋਟੀ ਗੱਲਾਂ ਵਿੱਚ ਹੀ ਪਰੇਸ਼ਾਨੀਆਂ ਨਾਲ ਭਰ ਜਾਂਦਾ ਹਾਂ। ਮਨ ਮੇਰਾ ਕਈ ਤਰੰਗਾਂ ਵਿੱਚ ਬਹਿ ਜਾਂਦਾ ਹੈ। ਇਹ ਮੇਰੇ ਕੱਚੇਪਨ ਦੀ ਨਿਸ਼ਾਨੀ ਹੈ, ਅਭਿਆਸ ਦੇ ਘਾਟ ਦੀ ਨਿਸ਼ਾਨੀ ਹੈ, ਸਿੱਖੀ ਦੀ ਕਮਾਈ ਨਾ ਕਰਨ ਦੀ ਨਿਸ਼ਾਨੀ ਹੈ। ਜੇ ਇਸ ਤਰ੍ਹਾਂ ਦੇਖਿਆ ਜਾਏ ਤਾਂ ਜਿਤਨੀ ਡਿਸਟਰਬਿੰਗ ਇਨਵਾਇਰਮੈਂਟ ਵਿੱਚ ਮੈਂ ਰਵਾਂਗਾ ਉਤਨੀ ਓਪਰਚੁਨਿਟੀ ਵੱਧਦੀ ਹੈ ਅਭਿਆਸ ਦੇ ਵਧਾਉਣ ਦੀ। ਇਸ ਤਰ੍ਹਾਂ ਦੇਖਿਆ ਜਾਏ ਤਾਂ ਬਟ ਇਹ ਬਹੁਤ ਮੁਸ਼ਕਿਲ ਹੈ, ਲੱਗਦਾ ਹੈ ਸੌਖਾ ਹੈ ਨਹੀਂ। ਕਿਰਪਾ ਗੁਰੂ ਦੀ ਕਿਸੇ ਤੇ ਹੋਏ। ਇਹ ਜਵਾਬ ਹਨ ਕੁਝ ਮਨ ਬਾਰੇ, ਸਿੱਖੀ ਦੇ ਇਸ਼ਾਰੇ ਹਨ ਮਨ ਦੇ ਸੱਤ ਬਾਰੇ, ਮਨ ਦੀ ਰਿਐਲਿਟੀ ਬਾਰੇ। ਨਾਨਕ ਗੁਰਮੁਖ ਮਨ ਸਮਝਾਏ। ਮਨ ਨੂੰ ਸਮਝਾਉਣ ਦਾ ਇਹ ਵੇਲਾ ਹੈ ਸਾਡਾ। ਇਸ ਜੀਵਨ ਵਿੱਚ ਅਗਰ ਮਨ ਸਮਝ ਗਿਆ, ਬਾਕੀ ਕੁਝ ਵੀ ਮੈਟਰ ਨਹੀਂ ਕਰਦਾ। ਅੱਜ ਦੇ ਵਿਚਾਰ ਪ੍ਰਵਾਨ ਕਰਨੇ, ਮੇਰੀ ਗਲਤੀਆਂ ਖਿਮਾ ਕਰਨੀਆਂ, ਸੁਧਾਰ ਜ਼ਰੂਰ ਕਰਨਾ। ਕੁਝ ਆਪ ਦੱਸਣਾ ਚਾਹੋ, ਬੋਲਣਾ ਚਾਹੋ, ਜੀ ਆਇਆਂ ਨੂੰ। ਪ੍ਰੇਮ ਸਹਿਤ ਮੇਰਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।